ਸਾਂਝੀ ਕਰਦੇ ਰਹਿੰਦੇ ਹਾਂ। ਤੇ ਅੱਜ ਵੀ ਅਸੀਂ ਗੁਰਦੁਆਰਾ ਕਲਿਆਣਸਰ ਪਿੰਡ ਲਧਾਈਕੇ ਜ਼ਿਲ੍ਹਾ ਮੋਗਾ ਨੇੜੇ ਬਾਘਾ ਪੁਰਾਣਾ ਵਿਖੇ ਪਹੁੰਚੇ ਹਾਂ, ਜਿੱਥੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ ਨੇ ਇਸ ਪਵਿੱਤਰ ਧਰਤੀ ਤੇ, ਇਸ ਮੁਕੱਦਸ ਧਰਤੀ ਤੇ ਆਪਣੇ ਚਰਨ ਪਾ ਕੇ ਇਸ ਧਰਤੀ ਨੂੰ ਕਿਰਤਾਰਥ ਕੀਤਾ, ਇਸ ਧਰਤੀ ਨੂੰ ਪਵਿੱਤਰ ਕੀਤਾ। ਇਹ ਦੋ ਨਿਸ਼ਾਨ ਸਾਹਿਬ ਮੇਰੇ ਪਿੱਛੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵੇਲੇ ਦੀ ਇਹ ਨਿਸ਼ਾਨੀ ਹੈ, ਦੋ ਨਿਸ਼ਾਨ ਸਾਹਿਬ। ਅਤੇ ਅਸੀਂ ਹੁਣ ਤੁਹਾਨੂੰ ਕੁਝ ਤਸਵੀਰਾਂ ਗੁਰਦੁਆਰਾ ਕਲਿਆਣਸਰ ਪਿੰਡ ਲਧਾਈਕੇ ਜ਼ਿਲ੍ਹਾ ਮੋਗਾ ਦੀਆਂ ਦਿਖਾਉਣ ਲੱਗੇ ਹਾਂ। ਅਸੀਂ ਤੁਹਾਨੂੰ ਇਤਿਹਾਸ ਵੀ ਦਿਖਾਵਾਂਗੇ ਇੱਥੇ ਦਾ, ਇਹ ਗੁਰਦੁਆਰਾ ਸਾਹਿਬ ਕਦੋਂ ਹੋਂਦ ਵਿੱਚ ਆਇਆ ਤੇ ਇੱਥੋਂ ਦਾ ਕੀ ਇਤਿਹਾਸ ਹੈ। ਆਓ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾਉਂਦੇ ਹਾਂ ਗੁਰਦੁਆਰਾ ਕਲਿਆਣਸਰ ਪਿੰਡ ਲਧਾਈਕੇ ਜ਼ਿਲ੍ਹਾ ਮੋਗਾ। ਸੋ ਦਰਸ਼ਕੋ, ਅਸੀਂ ਗੁਰਦੁਆਰਾ ਕਲਿਆਣਸਰ ਪਿੰਡ ਲਧਾਈਕੇ ਜ਼ਿਲ੍ਹਾ ਮੋਗਾ ਦੀਆਂ ਕੁਝ ਤਸਵੀਰਾਂ ਦਿਖਾਈਆਂ ਨੇ। ਅਸੀਂ ਉਸ ਗੁਰੂ ਸਾਹਿਬ ਦੇ ਇਤਿਹਾਸ ਨਾਲ ਤੁਹਾਨੂੰ ਜੋੜਿਆ। ਹੁਣ ਸਾਡੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਮੇਜਰ ਸਿੰਘ ਜੀ ਸਾਡੇ ਨਾਲ ਹੈ। ਅਸੀਂ ਇਹਨਾਂ ਤੋਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਪੁੱਛਦੇ ਹਾਂ ਤੇ ਗੱਲ ਕਰਦੇ ਹਾਂ ਭਾਈ ਸਾਹਿਬ ਭਾਈ ਮੇਜਰ ਸਿੰਘ ਹੋਰਾਂ ਨਾਲ। ਮੇਜਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਸਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਇੱਥੋਂ ਦਾ ਪਾਵਨ ਇਤਿਹਾਸ ਜਿਹੜਾ ਹੈ ਜੀ, 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਮਹਾਰਾਜ ਦੀ ਜੰਗ ਨੂੰ ਫਤਿਹ ਕਰਦੇ ਨੇ, ਜਿਹਨੂੰ ਮਾਲਵੇ ਦੀ ਜੰਗ ਵੀ ਕਿਹਾ ਇਤਿਹਾਸ ਦੇ ਵਿੱਚ। ਇਸ ਜੰਗ ਨੂੰ ਫਤਿਹ ਕਰਨ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਭਾਈ ਜੋਧ ਰਾਏ ਜੀ ਦੇ ਕੋਲ ਉਹਨਾਂ ਦੇ ਪਿੰਡ ਕਾਂਗੜ ਕੁਝ ਸਮੇਂ ਦੇ ਲਈ ਰੁਕਦੇ ਨੇ। ਨਾਲ ਸਤਿਗੁਰੂ ਮਹਾਰਾਜ ਜੀ ਦੇ ਹੋਰ ਪਰਮ ਪਿਆਰੇ ਸਿੱਖ ਵੀ ਨੇ, ਜਿਵੇਂ ਬਾਬਾ ਬਿਧੀ ਚੰਦ ਜੀ ਹੋਣੀ, ਉਹ ਸਾਰੇ ਨਾਲ ਨੇ। ਕੁਝ ਸਮਾਂ ਭਾਈ ਜੋਧ ਰਾਏ ਜੀ ਦੇ ਕੋਲ ਟਿਕਣ ਤੋਂ ਬਾਅਦ ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਸਤਿਗੁਰੂ ਮਹਾਰਾਜ ਜੀ ਸ਼ਿਕਾਰ 'ਤੇ ਨਿਕਲਦੇ ਨੇ ਅਤੇ ਇੱਕ ਦਿਨ ਕਈ ਕੋਹ ਦਾ ਸਫ਼ਰ ਤੈਅ ਕਰਦੇ ਨੇ ਅਤੇ ਕੋਈ ਸ਼ਿਕਾਰ ਕਿਸੇ ਪਾਸਿਓਂ ਨਹੀਂ ਮਿਲਦਾ। ਉਸੇ ਦਿਨ ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਸਤਿਗੁਰੂ ਮਹਾਰਾਜ ਜੀ ਦੁਪਹਿਰ ਦੇ ਸਮੇਂ ਤਕਰੀਬਨ ਇਸ ਅਸਥਾਨ 'ਤੇ ਪਹੁੰਚਦੇ ਨੇ। ਇੱਥੇ ਆ ਕੇ ਸਤਿਗੁਰੂ ਮਹਾਰਾਜ ਕੁਝ ਸਮਾਂ ਰੁਕਦੇ ਨੇ। ਇੱਥੇ ਬੜੀ ਝਿੜੀ ਸੀ, ਬਹੁਤ ਸਾਰੇ ਰੁੱਖ, ਪੁਰਾਣਾ ਜਿਹਾ ਇਲਾਕਾ, ਸਾਰੇ ਪਾਸੇ ਰੁੱਖ ਹੀ ਰੁੱਖ ਸਨ, ਝਿੜੀ ਸੀ ਪੁਰਾਣੀ। ਇੱਥੇ ਸਤਿਗੁਰੂ ਮਹਾਰਾਜ ਕੁਝ ਸਮਾਂ ਰੁਕੇ। ਨਾਲ ਸਤਿਗੁਰਾਂ ਦੇ ਪਰਮ ਪਿਆਰੇ ਸਿੱਖ ਵੀ ਨੇ ਜਿਹੜੇ ਸ਼ਿਕਾਰ 'ਤੇ ਨਾਲ ਚੜ੍ਹੇ ਸੀ। ਅਤੇ ਉਸ ਵੇਲੇ ਰੁਕਣ ਦੇ ਸਮੇਂ ਹੀ ਇੱਕ ਪਾਸੇ ਤੋਂ ਬੜਾ ਭਾਰੀ ਅਜਗਰ ਸੱਪ ਸਤਿਗੁਰੂ ਮਹਾਰਾਜ ਜੀ ਦੇ ਵੱਲ ਨੂੰ ਆਉਣਾ ਸ਼ੁਰੂ ਹੋਇਆ। ਉਸ ਵੇਲੇ ਇੱਕ ਦੋ ਸਿੱਖਾਂ ਦੀ ਨਿਗਾਹ ਪਈ ਸੱਪ ਦੇ ਉੱਪਰ। ਮਹਾਰਾਜ ਜੀ ਨੂੰ ਸਾਵਧਾਨ ਕੀਤਾ, ਮਹਾਰਾਜ ਸਾਵਧਾਨ ਹੋਇਓ, ਸੱਪ ਆ ਰਿਹਾ ਹੈ, ਬੜਾ ਭਾਰੀ ਅਜਗਰ ਸੱਪ ਲੱਗਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ, ਇਹ ਤੇ ਵਿਚਾਰਾ ਆਪ ਦੁਖੀ ਹੈ, ਦੁਖੀ ਸ਼ਰਨ ਦੇ ਵਿੱਚ ਆ ਰਿਹਾ ਹੈ, ਆਉਣ ਦਿਓ, ਕੋਈ ਗੱਲ ਨਹੀਂ। ਇਤਨੀ ਗੱਲ ਸੁਣ ਕੇ ਸਾਰੇ ਸਿੱਖ ਬੜੇ ਹੈਰਾਨ ਹੋਏ ਅਤੇ ਉਹ ਸੱਪ ਜਿਹੜਾ ਸੀ ਸਤਿਗੁਰੂ ਮਹਾਰਾਜ ਜੀ ਦੇ ਬਿਲਕੁਲ ਚਰਨਾਂ ਦੇ ਨੇੜੇ ਆ ਕੇ ਰੁਕ ਗਿਆ। ਅਤੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਜੋੜੇ ਦੇ ਵਿੱਚੋਂ ਸੱਜਾ ਚਰਨ ਜਿਹੜਾ ਹੈ ਉਹ ਬਾਹਰ ਕੱਢਿਆ ਅਤੇ ਉਸ ਸੱਪ ਦੇ ਸਿਰ ਨੂੰ ਛੁਹਾਇਆ। ਜੈਸੇ ਹੀ ਸਤਿਗੁਰੂ ਮਹਾਰਾਜ ਜੀ ਦਾ ਚਰਨ ਸੱਪ ਦੇ ਸਿਰ ਨੂੰ ਛੂੰਹਦਾ ਹੈ, ਉਸੇ ਵੇਲੇ ਸਿਰ ਤੋਂ ਲੈ ਕੇ ਲੱਕ ਤੱਕ ਉਹ ਸਾਰਾ ਸੱਪ ਵਿਚਕਾਇਓਂ ਚੀਰਿਆ ਜਾਂਦਾ, ਪਾਟ ਜਾਂਦਾ ਅਤੇ ਉਹਦੇ ਵਿੱਚੋਂ ਖੂਨ ਦੇ ਨਾਲ ਨਾਲ ਸਰੀਰ ਦੇ ਵਿੱਚੋਂ ਕੀੜੇ ਪਏ ਹੋਏ ਸਨ, ਉਹ ਬਾਹਰ ਕੁਰਬਲ ਕਰਦੇ ਹੋਏ ਨਿਕਲਦੇ ਨੇ। ਅਤੇ ਇਹ ਸਾਰੇ ਕੌਤਕ ਨੂੰ ਵੇਖ ਕੇ ਅਤੇ ਨੇੜੇ ਖੜ੍ਹੇ ਸਨ ਭਾਈ ਜੋਧ ਰਾਏ ਜੀ, ਉਹ ਵੀ ਨਾਲ ਆਏ ਸਨ ਸਤਿਗੁਰਾਂ ਦੇ। ਅਤੇ ਉਹਨਾਂ ਨੇ ਹੈਰਾਨ ਹੋ ਕੇ ਪੁੱਛਿਆ ਵੀ ਮਹਾਰਾਜ, ਸੱਪ ਦੇ ਵਿੱਚੋਂ ਖੂਨ ਨਿਕਲਿਆ ਅਤੇ ਸੁਭਾਵਿਕ ਜੀ ਗੱਲ ਆ, ਅਤੇ ਵਿੱਚੋਂ ਕੀੜੇ ਵੀ ਨਿਕਲੇ, ਇਹ ਕੀ ਕੌਤਕ ਆ? ਸਤਿਗੁਰੂ ਜੀ ਕਿਰਪਾ ਕਰਕੇ ਦੱਸੋ। ਅਤੇ ਮਹਾਰਾਜ ਜੀ ਨੇ ਉਸ ਵੇਲੇ ਭਾਈ ਜੋਧ ਰਾਏ ਜੀ ਦੇ ਪੁੱਛਣ 'ਤੇ ਦੱਸਿਆ ਕਿ ਇਹ ਪਿਛਲੇ ਜਨਮ ਦੇ ਵਿੱਚ ਮਹੰਤ ਸੀ, ਪਰ ਹੈ ਪਖੰਡੀ ਸੀ। ਇਹਨੇ ਸਾਧਨਾ ਨਹੀਂ ਕੀਤੀ, ਬੰਦਗੀ ਨਹੀਂ ਕੀਤੀ, ਸਗੋਂ ਜਿਹੜੇ ਇਹਦੇ ਭੇਟਾ ਚੜ੍ਹਾਉਂਦੇ ਸੀ, ਮਾਇਆ ਚੜ੍ਹਾਉਂਦੇ ਸੀ, ਉਹਦੇ ਨਾਲ ਐਸ਼ ਪ੍ਰਸਤੀ ਕਰਦਾ ਸੀ, ਖਾਂਦਾ ਪੀਂਦਾ ਸੀ, ਬੰਦਗੀ ਕਰਦਾ ਨਹੀਂ ਸੀ।
ਤੇ ਸਗੋਂ ਜਿਹੜੇ ਦੂਸਰੇ ਬੰਦਗੀ ਵਾਲੇ ਕੋਈ ਮਹਾਤਮਾ ਰੂਹਾਂ ਸਨ, ਉਹਨਾਂ ਦੀ ਇਹ ਨਿੰਦਿਆ ਕਰਦਾ ਸੀ। ਆਪ ਸਾਰਾ ਜੀਵਨ ਜਿਹੜਾ ਆ ਵਿਕਾਰਾਂ ਦੇ ਵਿੱਚ, ਮਾਇਆ ਦੇ ਵਿੱਚ ਖੱਜਲ ਹੋ ਕੇ ਇਹਨੇ ਬਤੀਤ ਕੀਤਾ। ਤੇ ਗੁਰਬਾਣੀ ਦਾ ਫਰਮਾਨ ਆ, ਭਗਤ ਤ੍ਰਿਲੋਚਨ ਜੀ ਮਹਾਰਾਜ ਕਿਰਪਾ ਕਰਦੇ ਨੇ, ਉਹਨਾਂ ਦੇ ਅੰਮ੍ਰਿਤਮਈ ਸ਼ਬਦ ਹੈ ਗੂਜਰੀ ਰਾਗ ਦੇ ਵਿੱਚ ਕਿ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਕਿ ਜੋ ਮਾਇਆ ਦੇ ਵਿੱਚ ਖੱਜਲ ਖੁਆਰ ਹੋ ਕੇ ਜੀਵਨ ਬਤੀਤ ਕਰਦਾ ਆ, ਉਹ ਮੁੜ ਮੁੜ ਕੇ ਸੱਪ ਦੀ ਜੂਨ ਦੇ ਵਿੱਚ ਪੈਂਦਾ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਸੁਖਮਨੀ ਸਾਹਿਬ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਜੋ ਸੰਤਾਂ ਮਹਾਤਮਾ ਦੀ ਨਿੰਦਿਆ ਕਰਦੇ ਨੇ ਬੰਦਗੀ ਵਾਲੀਆਂ ਰੂਹਾਂ ਦੀ, ਉਹ ਸੱਪ ਦੀ ਜੂਨ ਦੇ ਵਿੱਚ ਪੈਂਦੇ ਨੇ। ਤੇ ਇਹ ਬੰਦਾ ਦੋਨੋਂ ਹੀ ਕੰਮ ਕਰਦਾ ਸੀ, ਨਿੰਦਿਆ ਵੀ ਤੇ ਨਾਲ ਮਾਇਆ ਦੇ ਵਿੱਚ ਵੀ ਫਸਿਆ ਸੀ। ਇਸ ਕਰਕੇ ਹੁਣ ਇਹ ਸੱਪ ਦੀ ਜੂਨ ਭੁਗਤ ਰਿਹਾ। ਤੇ ਇਹ ਜਿਹੜੇ ਕੀੜੇ ਪਏ ਨੇ ਇਹਦੇ ਵਿੱਚ, ਜਿਹੜੇ ਬਾਹਰ ਨਿਕਲਦੇ ਤੁਹਾਨੂੰ ਦਿਖਾਈ ਦਿੱਤੇ ਨੇ। ਤੇ ਭਾਈ ਜੋਧ ਰਾਏ ਜੀ ਨੂੰ ਸੰਬੋਧਨ ਕਰਦਿਆਂ ਸਤਿਗੁਰਾਂ ਨੇ ਬਚਨ ਕਹੇ, ਇਹ ਉਹੀ ਨੇ ਕੀੜੇ ਜਿਹੜੇ ਇਹਦੇ ਸੇਵਾਦਾਰ ਸੀ, ਜਿਨ੍ਹਾਂ ਦੇ ਕੋਲੋਂ ਇਹ ਭੇਟਾਂ ਲੈਂਦਾ ਸੀ, ਜਿਹੜੇ ਇਹਨੂੰ ਗੁਰੂ ਮੰਨਦੇ ਸੀ, ਇਹਦੇ ਅੱਗੇ ਸਿਰ ਝੁਕਾਉਂਦੇ ਸੀ। ਨਾ ਤੇ ਇਹ ਆਪ ਜੀਵਨ ਮੁਕਤ ਹੋ ਸਕਿਆ, ਨਾ ਇਹ ਆਪ ਸੁੱਖ ਨੂੰ ਪ੍ਰਾਪਤ ਹੋ ਸਕਿਆ। ਤੇ ਇਹ ਜਿਹੜੇ ਨਾਲ ਦੇ ਸੀ ਇਹਦੇ, ਇਹ ਵੀ ਸਾਰੇ ਹੁਣ ਜੂਨਾਂ ਦੇ ਵਿੱਚ ਪੈ ਕੇ ਤੇ ਇਹਦੇ ਕੋਲੋਂ ਆਪਣਾ ਲੇਖਾ ਲੈ ਰਹੇ ਆ ਵੀ ਗੁਰੂ ਜਿਹੜਾ ਸੀ ਬਣਿਆ ਉਹਨਾਂ ਦਾ ਪਖੰਡੀ, ਉਹ ਵੀ ਖੱਜਲ ਖੁਆਰ ਹੋ ਰਿਹਾ, ਜੂਨਾਂ 'ਚ ਭਟਕ ਰਿਹਾ। ਤੇ ਉਹਦੇ ਜਿਹੜੇ ਪਖੰਡੀ ਦੇ ਚੇਲੇ ਬਾਲ ਕੇ ਸੀ, ਉਹ ਵੀ ਸਾਰੇ ਹੁਣ ਕੀੜਿਆਂ ਦੀ ਜੂਨ ਭੁਗਤ ਰਹੇ ਆ। ਤੇ ਹੁਣ ਇਹ ਸਾਡੀ ਸ਼ਰਨ ਦੇ ਵਿੱਚ ਆਇਆ, ਦੁਖੀ ਹੋਇਆ। ਅਸੀਂ ਹੁਣ ਇਹਦੇ ਸ਼ਰਨ ਆਏ ਦੀ ਲੱਜਾ ਰੱਖੀ ਆ, ਤੇ ਹੁਣ ਸਾਡੀ ਸ਼ਰਨ ਦੇ ਵਿੱਚ ਆਉਣ ਕਰਕੇ ਇਹਦਾ ਕਲਿਆਣ ਹੋਇਆ। ਇਸ ਕਰਕੇ ਇਸ ਅਸਥਾਨ ਦਾ ਨਾਮ ਜਿਹੜਾ ਆ ਗੁਰਦੁਆਰਾ ਕਲਿਆਣਸਰ ਸਾਹਿਬ ਪਿਆ, ਲਧਾਈ ਕੇ ਪਿੰਡ ਦੀ ਜ਼ਮੀਨ ਦੇ ਵਿੱਚ ਹੈ। ਗੁਰਦੁਆਰਾ ਕਲਿਆਣਸਰ ਸਾਹਿਬ 6ਵੀਂ ਪਾਤਸ਼ਾਹੀ ਸਤਿਗੁਰੂ ਮਹਾਰਾਜ ਜੀ ਦੀ ਯਾਦ ਦੇ ਵਿੱਚ ਇਹ ਪਾਵਨ ਅਸਥਾਨ ਬਣਿਆ ਹੋਇਆ ਹੈ ਜੀ। ਤੇ ਇਸ ਦੀ ਜਿਹੜੀ ਇਮਾਰਤ ਹੈ ਜਾਂ ਪਹਿਲੀ ਜਿਹੜੀ ਇੱਥੇ ਤਾਮੀਰ ਹੋਈ ਹੈ, ਇਹ ਬਿਲਡਿੰਗ ਬਣੀ ਹੈ ਗੁਰਦੁਆਰਾ ਸਾਹਿਬ ਦੀ, ਇਹ ਕਦੋਂ ਕੁ ਬਣੀ ਹੈ ਜੀ? ਇਹਦੇ ਬਾਰੇ ਕੋਈ ਜਾਣਕਾਰੀ ਹੈ ਵੀ ਗੁਰਦੁਆਰਾ ਸਾਹਿਬ ਕਦੋਂ ਸਥਾਪਿਤ ਹੋਇਆ ਇੱਥੇ? ਹਾਂਜੀ, ਇਸ ਅਸਥਾਨ ਦਾ ਬਾਰੇ ਜਿਹੜਾ ਬਿਲਡਿੰਗ ਜਿਹੜੀ ਤੁਹਾਨੂੰ ਦਿਖਾਈ ਵੀ ਦੇ ਰਹੀ ਆ, ਇਹ ਵੀ ਜਾਂ ਇਹਦੀ ਪੁਰਾਤਨ ਇਮਾਰਤ ਜਿਹੜੀ ਆ, ਉਹ ਦਮਦਮੀ ਟਕਸਾਲ ਦੇ 11ਵੇਂ ਮੁਖੀ ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਉਹ ਇਸ ਅਸਥਾਨ 'ਤੇ ਜਥੇ ਦੇ ਸਮੇਤ ਵਿਚਰਦਿਆਂ ਹੋਇਆਂ ਆਏ। ਉਹਨਾਂ ਨੇ ਇਸ ਅਸਥਾਨ 'ਤੇ ਪਹਿਲੀ ਵਾਰ 1928 ਦੇ ਵਿੱਚ ਨੀਂਹ ਪੱਥਰ ਰੱਖਿਆ ਸੀ। ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਇੱਕ ਤੇ ਮਹਾਂਪੁਰਖ ਆਪ ਸੰਤ ਗਿਆਨੀ ਸੁਰਜੀਤ ਸਿੰਘ ਜੀ, ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਉਹ ਆਪ ਲੱਗੇ ਸੀ। ਉਹਨਾਂ ਦੇ ਨਾਲ ਦਮਦਮੀ ਟਕਸਾਲ ਦੇ ਜੋ ਬਾਅਦ ਦੇ ਵਿੱਚ ਮੁਖੀ ਬਣੇ 12ਵੇਂ ਮੁਖੀ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ, ਉਹ ਨਾਲ ਖੜੇ ਸਨ, ਉਹ ਲੱਗੇ ਨਾਲ ਸੰਤ ਇੰਦਰ ਸਿੰਘ ਜੀ, ਸੰਤ ਅਜੈਬ ਸਿੰਘ ਜੀ ਤੇ ਇੱਕ ਸਨ ਸੰਤ ਨਰੈਣ ਸਿੰਘ ਜੀ। ਇਹ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਲੱਗ ਕੇ ਇਸ ਅਸਥਾਨ ਦਾ ਪਹਿਲੀ ਵਾਰ ਨੀਂਹ ਪੱਥਰ ਜਿਹੜਾ ਆ 1928 ਦੇ ਵਿੱਚ ਰੱਖਿਆ ਗਿਆ। ਤੇ ਇੱਥੋਂ ਦੀ ਜਿਹੜੀ ਸੇਵਾ ਸੰਭਾਲ ਆ, ਫਿਰ ਮਹਾਂਪੁਰਖਾਂ ਦੇ ਵਿਦਿਆਰਥੀ ਸਨ ਸੰਤ ਨਰੈਣ ਸਿੰਘ ਜੀ, ਜੋ ਪੰਜਾਂ ਪਿਆਰਿਆਂ 'ਚ ਵੀ ਲੱਗੇ ਸਨ, ਉਹਨਾਂ ਨੂੰ ਇਸ ਅਸਥਾਨ ਦੇ ਮਹਾਂਪੁਰਖਾਂ ਨੇ ਸੇਵਾ ਦਿੱਤੀ ਕਿ ਤੁਸੀਂ ਇੱਥੇ ਰਹਿ ਕੇ ਗੁਰਬਾਣੀ ਦਾ ਪ੍ਰਚਾਰ ਕਰਨਾ, ਆਏ ਹੋਏ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਉਣੀ, ਦੋਨੋਂ ਸਮੇਂ ਸਵੇਰੇ ਵੀ ਸ਼ਾਮ ਨੂੰ ਵੀ ਕਥਾ ਕਰਨੀ, ਤੇ ਇੱਥੋਂ ਦੀ ਸਾਰੀ ਬਾਕੀ ਜਿਹੜੀ ਸੇਵਾ ਸੰਭਾਲ ਆ ਉਹ ਕਰਨੀ। ਤੇ ਸੰਤ ਨਰੈਣ ਸਿੰਘ ਜੀ ਨੇ ਲੰਬਾ ਸਮਾਂ, ਜਦੋਂ ਤੱਕ ਉਹਨਾਂ ਦਾ ਸਰੀਰ ਰਿਹਾ, ਉਹਨਾਂ ਨੇ ਇਸ ਅਸਥਾਨ ਦੀ ਸੇਵਾ ਜਿਹੜੀ ਆ ਬੜੇ ਤਨੋਂ ਮਨੋਂ ਹੋ ਕੇ ਕੀਤੀ। 1985 ਦੇ ਵਿੱਚ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਸੰਤ ਨਰੈਣ ਸਿੰਘ ਜੀ ਅਕਾਲ ਚਲਾਣਾ ਕਰਦੇ ਨੇ, ਸੱਚਖੰਡ ਗਮਨ ਕਰ ਜਾਂਦੇ ਨੇ। ਫਿਰ 1985 ਦੇ ਵਿੱਚ ਉਹਨਾਂ ਦੇ ਹੀ ਵਿਦਿਆਰਥੀ ਸ੍ਰੀਮਾਨ ਸੰਤ ਦਾਨ ਸਿੰਘ ਜੀ, ਉਹਨਾਂ ਨੂੰ ਇਸ ਅਸਥਾਨ ਦੀ ਸੇਵਾ ਮਿਲਦੀ ਆ, ਉਹ ਇਸ ਅਸਥਾਨ ਦੀ ਸੇਵਾ ਸੰਭਾਲ ਕਰਦੇ ਆ। 1985 ਤੋਂ ਸੰਤ ਦਾਨ ਸਿੰਘ ਜੀ, ਉਹਨਾਂ ਨੇ ਇਸ ਅਸਥਾਨ ਦੀ ਜਦੋਂ ਸੇਵਾ ਸੰਭਾਲੀ ਆ, ਉਹਦੇ ਤੋਂ ਬਾਅਦ ਦੇ ਵਿੱਚ ਸੰਗਤ ਨੂੰ ਦੇਖਦਿਆਂ ਹੋਇਆਂ ਤੇ ਅਸਥਾਨ ਨੂੰ ਦੇਖਦਿਆਂ ਹੋਇਆਂ ਇਸ ਅਸਥਾਨ ਦੀ ਜਿਹੜੀ ਹੁਣ ਦੀ ਇਮਾਰਤ ਆਪਾਂ ਨੂੰ ਦਿਖਾਈ ਦੇ ਰਹੀ ਆ, ਇਹ ਇਮਾਰਤ ਦੀ ਜਿਹੜੀ ਸੇਵਾ ਆ ਬਾਬਾ ਦਾਨ ਸਿੰਘ ਜੀ ਹੋਣਾ ਨੇ 1994 ਦੇ ਵਿੱਚ ਸੰਗਤ ਦੇ ਸਹਿਯੋਗ ਦੇ ਨਾਲ ਆਰੰਭ ਕੀਤੀ, ਜੋ ਕਈ ਸਾਲਾਂ ਦੀ ਸੇਵਾ ਤੋਂ ਬਾਅਦ ਇਹ ਜਿਹੜੀ ਇਮਾਰਤ ਹੈ ਸਾਰੀ ਪੂਰੀ ਹੋਈ। ਤੇ ਹੋਰ ਵੀ ਜਿਹੜਾ ਆਸ-ਪਾਸ ਦੇ ਜਿਹੜੇ ਬਹੁਤ ਸਾਰੇ ਸੇਵਾ ਹੋਣ ਵਾਲੀ ਸੀ, ਕਮਰਿਆਂ ਦੀ ਸੇਵਾ, ਲੰਗਰ ਹਾਲ ਦੀ ਕੁਝ ਸੇਵਾ, ਇਹ ਸਾਰੀ ਸੰਤ ਬਾਬਾ ਦਾਨ ਸਿੰਘ ਜੀ ਨੇ ਸੰਗਤ ਦੇ ਸਹਿਯੋਗ ਦੇ ਨਾਲ 1994 ਤੋਂ ਆਰੰਭ ਕਰਕੇ ਇਸ ਅਸਥਾਨ ਦੀ ਸੇਵਾ ਕਰਵਾਈ। ਤੇ 2010 ਦੇ ਵਿੱਚ ਸ੍ਰੀਮਾਨ ਸੰਤ ਦਾਨ ਸਿੰਘ ਜੀ, ਉਹ ਅਕਾਲ ਚਲਾਣਾ ਕਰਦੇ ਨੇ, ਸੱਚਖੰਡ ਗਮਨ ਕਰਦੇ ਨੇ। ਉਹਨਾਂ ਤੋਂ ਬਾਅਦ ਦੇ ਵਿੱਚ ਦਮਦਮੀ ਟਕਸਾਲ ਦੇ
12ਵੇਂ ਮੁਖੀ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਵਿਦਿਆਰਥੀ ਸ੍ਰੀਮਾਨ ਸੰਤ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਜੀ, ਉਹਨਾਂ ਨੂੰ ਇਸ ਅਸਥਾਨ ਦੀ ਸੇਵਾ ਸੰਭਾਲ ਮਿਲੀ। 2010 ਤੋਂ ਲੈ ਕੇ ਹੁਣ ਤੱਕ ਮੌਜੂਦਾ ਮੁਖੀ ਨੇ ਸ੍ਰੀਮਾਨ ਸੰਤ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਜੀ। ਇਸ ਅਸਥਾਨ ਦੀ ਜਿਹੜੀ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਸਾਰੀ ਸੇਵਾ ਸੰਭਾਲਿਆ ਉਹ ਦਮਦਮੇ ਟਕਸਾਲ ਦੇ ਤਹਿਤ ਰਹੀ। ਹੁਣ ਵੀ ਇੱਥੋਂ ਦੀ ਜਿਹੜੀ ਸਾਰੀ ਸੇਵਾ ਸੰਭਾਲਿਆ ਇਹ ਦਮਦਮੇ ਟਕਸਾਲ ਦੇ ਅਨੁਸਾਰ ਚੱਲਦੀ ਆ, ਅਤੇ ਇਹ ਦਮਦਮੇ ਟਕਸਾਲ ਦੀ ਹੀ ਇੱਕ ਸ਼ਾਖਾ ਆ। ਜੀ ਜੀ ਦਮਦਮੀ ਟਕਸਾਲ ਵੱਲੋਂ ਹੁਣ ਇੱਥੇ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ, ਚਾਹੇ ਗੁਰਬਾਣੀ ਦੀ ਸਿੱਖਿਆ ਹੋਵੇ, ਚਾਹੇ ਸਿੱਖ ਇਤਿਹਾਸ ਦੀ ਸਿੱਖਿਆ ਹੋਵੇ, ਉਹ ਇਹ ਸਾਰੀਆਂ ਵਿਦਿਆਵਾਂ ਦਿੱਤੀਆਂ ਜਾਂਦੀਆਂ। ਹਾਂਜੀ, ਇਹ ਤਾਂ ਪਹਿਲੇ ਦਿਨ ਤੋਂ ਹੀ, ਜਦੋਂ 1928 ਦੇ ਵਿੱਚ ਪਹਿਲੇ ਦਿਨ ਤੋਂ ਹੀ ਇਸ ਅਸਥਾਨ ਦਾ ਨੀਂਹ ਪੱਥਰ ਰੱਖਿਆ ਗਿਆ ਮਹਾਂਪੁਰਖਾਂ ਵੱਲੋਂ, ਉਦੋਂ ਤੋਂ ਹੀ ਸਾਰੀ ਸੇਵਾ ਸੰਭਾਲ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਜਿਹੜੀ ਗੁਰਬਾਣੀ ਦੀ ਸਿੱਖਿਆ, ਗੁਰ ਇਤਿਹਾਸ ਦੀ ਕਥਾ, ਉਹ ਸਾਰੀ ਸਿੱਖਿਆ ਦਿੱਤੀ ਜਾਂਦੀ ਆ। ਪਹਿਲੇ ਮਹਾਂਪੁਰਖ ਵੀ ਦਿੰਦੇ ਰਹੇ, ਸੰਤ ਬਾਬਾ ਦਾਨ ਸਿੰਘ ਜੀ ਵੀ ਦਿੰਦੇ ਰਹੇ, ਅਤੇ 2010 ਦੇ ਵਿੱਚੋਂ ਵੀ ਉਦੋਂ ਤੋਂ ਲਗਾਤਾਰ ਜਿਹੜੀ ਸੇਵਾ ਆ ਉਹ ਉਸੇ ਤਰ੍ਹਾਂ ਦੇ ਨਾਲ ਲਗਾਤਾਰ ਚਾਲੂ ਆ। ਅਤੇ ਹੁਣ ਵੀ ਇਸ ਵੇਲੇ ਕਾਫੀ ਵਿਦਿਆਰਥੀ ਇੱਥੇ ਰਹਿੰਦੇ ਨੇ, ਤਕਰੀਬਨ 25-26 ਦੇ ਵਿਦਿਆਰਥੀ ਨੇ, ਅਤੇ ਇਹਨਾਂ ਦੇ ਵਿੱਚੋਂ ਗੁਰਬਾਣੀ ਦੀ ਸੰਥਿਆ ਕਰਦੇ ਨੇ, ਅਤੇ ਨਾਲ ਗੁਰ ਇਤਿਹਾਸ ਦੀ ਕਥਾ, ਹੋਰ ਜਿਹੜੇ ਛੋਟੇ ਗ੍ਰੰਥ ਨੇ ਗਿਆਨ ਦੇ ਗ੍ਰੰਥ, ਉਹ ਇਹਨਾਂ ਨੂੰ ਵਿਦਿਆਰਥੀਆਂ ਨੂੰ ਪੜ੍ਹਾਏ ਜਾਂਦੇ ਨੇ ਜੀ। ਜੀ ਸੋ ਸੰਗਤ ਜੀ, ਇਹ ਭਾਈ ਸਾਹਿਬ ਭਾਈ ਮੇਜਰ ਸਿੰਘ ਜੀ ਨੇ ਗੁਰਦੁਆਰਾ ਕਲਿਆਣਸਰ ਸਾਹਿਬ ਦਾ ਸੰਪੂਰਨ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਵੀ ਇਸ ਗੁਰ ਅਸਥਾਨ ਨਾਲ, ਸਾਡੇ ਗੁਰੂ ਸਾਹਿਬਾਨ, 6ਵੇਂ ਗੁਰੂ ਸਾਹਿਬਾਨ ਦੇ ਇਸ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਦੇ ਨਾਲ ਆਪਣਾ ਮਨ ਤਨ ਅਤੇ ਧਨ ਜੋੜ ਕੇ ਤੁਸੀਂ ਵੀ ਕਰਤਾਰਥ ਹੋ ਸਕਦੇ ਹੋ। ਕੈਮਰਾਮੈਨ ਅਮਨ ਘੋਲੀਆ ਦੇ ਨਾਲ ਪ੍ਰਗਟ ਸਿੰਘ ਰਾਜਿਆਣਾ, ਪੰਜਾਬ 10 ਨਿਊਜ਼ TV, ਲਧਾਈਕੇ, ਜ਼ਿਲ੍ਹਾ ਮੋਗਾ।